ਵਾਹਿਗੁਰੂ ਸਾਹਿਬ ਜੀਓ, ਮੇਰ ਕਰੋ ਤ੍ਰਿਣ ਤੇ ਮੋਹਿ ਜਾਹੇ। ਗਰੀਬ ਨਿਵਾਜ ਨਾ ਦੂਸਰ ਤੋ ਸੋ, ਭੂਲ ਸਿਮੋ ਹਮਰੀ ਪ੍ਰਭ ਆਪ। ਨਾ ਭੂਲਣ ਹਾਰ ਕਾਹੂੰ ਕੋ ਮੋਸੋ, ਸੇਵ ਕਰੀ ਤੁਮਰੀ ਤੈਨ ਕੇ। ਸਭ ਹੀ ਗ੍ਰਹਿ ਦੇਖਿਆਤ ਦਰਬ ਪਰੋਸੋ, ਯਾ ਕਲ ਮੈਂ ਸਭ ਕਾਲ ਕਿਰਪਾਨ ਕੇ। ਭਾਰੀ ਪੂਜਾਨ ਕੋ ਭਾਰੀ ਪਰੋਸੋ, ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ। ਵਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ, ਮੂਕ ਉਚਰੈ ਸ਼ਾਸਤਰ ਖਾਟ। ਪਿੰਗ ਗਿਰਨ ਚੜ ਜਾਇ, ਅੰਧ ਲਖੈ ਬਦਰੁ ਸੁਣੈ। ਜੋ ਕਾਲ ਕਿਰਪਾ ਕਰਾਇ, ਅੰਧ ਲਖੈ ਬਦਰੁ ਸੁਣੈ। ਜੋ ਕਾਲ ਕਿਰਪਾ ਕਰਾਇ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਮਹੱਲਾ ਪੰਜਵਾ। ਗਾਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਕਰਪੂਰ ਪੋਹਪ ਸੁਗੰਧਾ। ਪਰਸ ਮਨੁਖ ਦੇਹੰ ਮਲੀਣੰ, ਮੱਝਾ ਰੁਦਰ ਦੁਰਗੰਧਾ। ਨਾਨਕ ਅਥ ਗਰਭੇਨ ਅਗਿਆਨਨੋ, ਪਰਮਾਣੁ ਪਰਜੰਤ ਆਕਾਸ ਹੈ। ਦੀਪ ਲੋ ਸੇ ਖੰਡਨ ਹੈ, ਗਸ਼ੇਨ ਨੈਣ ਪਾਰੇਨ ਨਾਨਕ। ਬਿਨਾ ਸਾਧੂ ਨਾ ਸਿਧਿਅਤੇ। ਮਹੱਲਾ ਪੰਜਵਾ। ਗਾਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਕਰਪੂਰ ਪੋਹਪ ਸੁਗੰਧਾ। ਪਰਮ ਮਨੁਖ ਦੇਹੰ ਮਲੀਣੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ। ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਨੇ ਸਾਡੇ ਕਲਯੁਗੀ ਜੀਵਾਂ 'ਤੇ ਮਹਾਨ ਪਰਉਪਕਾਰ ਕੀਤਾ ਹੈ। ਆਪ ਨਾਰਾਇਣ ਕਲਾਤਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਪਾਵਨ 10 ਗੁਰੂ ਅਵਤਾਰ ਧਾਰਨ ਕਰਕੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਜਿਸ ਅੰਮ੍ਰਿਤ ਰੂਪ ਬਾਣੀ ਨੂੰ ਕਲਗੀਧਰ ਪਾਤਸ਼ਾਹ ਸਾਹਿਬ ਕਮਾਲ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਅਤੇ ਹਰ ਸਿੱਖ ਨੂੰ ਇਹ ਹੁਕਮਨਾਮਾ ਜਾਰੀ ਕੀਤਾ ਹੈ। ਆਗਿਆ ਪਈ ਅਕਾਲ ਕੀ, ਤਬੀ ਚਲਾਇਓ ਪੰਥ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਸਿੱਖਾਂ ਦਾ ਗੁਰੂ ਕੌਣ ਹੈ? ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ। ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਇੱਕ ਓਂਕਾਰ ਤੋਂ ਲੈ ਕੇ 18 10 20 ਤੱਕ
ਹਾਜ਼ੂਰ ਨੇ ਉਚਾਰਨ ਕੀਤੀ ਅਤੇ ਲਿਖਵਾਈ ਹੋਈ ਹੈ। ਉਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਕਥਾ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। ਪਿੱਛੇ ਸਹਿਸਕ੍ਰਿਤੀ ਸ਼ਲੋਕਾਂ ਦੀ ਕਥਾ ਸੰਪੂਰਨ ਹੋਈ ਹੈ। ਸਹਿਸਕ੍ਰਿਤੀ ਸ਼ਲੋਕ 67 ਸ਼ਲੋਕ ਸਨ, ਜੋ ਗੁਰੂ ਅਰਜਨ ਦੇਵ ਮਹਾਰਾਜ ਦੇ ਪ੍ਰਾਕ੍ਰਿਤ ਭਾਸ਼ਾ ਦੇ ਵਿੱਚ ਉਚਾਰਨ ਕੀਤੇ ਹੋਏ ਸਨ। ਹਰੀ ਲਾਲ ਤੇ ਕ੍ਰਿਸ਼ਨ ਲਾਲ ਦੋ ਪ੍ਰਾਕ੍ਰਿਤ ਭਾਸ਼ਾ ਦੇ ਪੰਡਤ ਕਾਂਸ਼ੀ ਤੋਂ ਆਏ। ਉਹਨਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਜਦੋਂ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰੂ ਬਾਬਾ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਕਾਂਸ਼ੀ ਵਿੱਚ ਗਏ, ਸਾਡੇ ਦਾਦਾ ਗੋਪਾਲ ਦੱਤ ਨੂੰ ਉਹਨਾਂ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਸੀ। ਉਹ ਵੀ ਸ਼ਲੋਕ ਪ੍ਰਾਕ੍ਰਿਤ ਭਾਸ਼ਾ ਦੇ ਵਿੱਚ ਉਚਾਰਨ ਕੀਤੇ ਸਨ। ਸਾਡੇ 'ਤੇ ਵੀ ਮਿਹਰ ਕਰੋ, ਸਾਨੂੰ ਵੀ ਉਸੇ ਭਾਸ਼ਾ ਦੇ ਵਿੱਚ ਉਪਦੇਸ਼ ਦਿਓ। ਤਾਂ ਹਾਜ਼ੂਰ ਨੇ ਇਹ 67 ਸ਼ਲੋਕ ਉਚਾਰਨ ਕੀਤੇ, ਜਿਹੜਾ 4 ਅੰਕ ਹੈ। 4 ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦੇ ਪਹਿਲਾਂ ਆ ਚੁੱਕੇ ਹਨ। ਮਹੱਲਾ ਪੰਜਵਾਂ ਗਾਥਾ। ਹੁਣ ਇਹਨਾਂ ਪੰਡਤਾਂ ਨੇ ਹਾਜ਼ੂਰ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਆਪ ਹੋਰ ਗਾਥਾ ਸੁਣਾਓ। ਗਾਥਾ ਸੰਤ ਭਾਸ਼ਾ ਦੇ ਵਿੱਚ ਕਥਾ ਨੂੰ ਕਹਿੰਦੇ ਨੇ, ਵੀ ਸਾਨੂੰ ਹੋਰ ਕਥਾ ਵਾਰਤਾ ਸੁਣਾਓ। ਦੂਸਰਾ ਜਿਹੜਾ ਗਾਥਾ ਸ਼ਬਦ ਹੈ, ਗਾਥਾ ਭਾਸ਼ਾ ਦਾ ਵੀ ਨਾਮ ਹੈ। ਵਿਦਵਾਨਾਂ ਦੇ ਮਤ ਅਨੁਸਾਰ ਗਾਥਾ ਭਾਸ਼ਾ ਉਹ ਹੈ ਜਿਸ ਦੇ ਵਿੱਚ ਸੰਸਕ੍ਰਿਤ ਅਤੇ ਨਾਲ ਹੀ ਪਾਲੀ ਭਾਸ਼ਾ, ਹੋਰ ਭਾਸ਼ਾ ਦੇ ਸ਼ਬਦ ਸਮਿਲਿਤ ਹੋਣ, ਉਸ ਨੂੰ ਗਾਥਾ ਭਾਸ਼ਾ ਕਹਿੰਦੇ ਨੇ। ਤੀਸਰਾ ਗਾਥਾ ਦਾ ਅਰਥ ਛੰਦ ਦਾ ਵੀ ਨਾਮ ਹੈ, ਜਿਵੇਂ ਸ਼ਲੋਕ, ਦੋਹਰਾ, ਸੋਰਠਾ ਛੰਦ ਆਉਂਦੇ ਨੇ। ਗਾਥਾ ਕਾਵ ਰਚਨਾ ਦੇ ਵੀ ਛੰਦ ਦਾ ਵੀ ਨਾਮ ਆਉਂਦਾ। ਚੌਥਾ ਗਾਥਾ ਦਾ ਅਰਥ ਗਿਆਨ ਪ੍ਰਾਪਤੀ ਦਾ ਥਾ ਅਸਥਾਨ, ਭਾਵ ਗਿਆਨ ਦੁਆਰਾ ਸਵੈ ਸਰੂਪ ਦੀ ਪ੍ਰਾਪਤੀ ਦਾ ਉਪਦੇਸ਼ ਇਸ ਗਾਥਾ ਬਾਣੀ ਦੇ ਵਿੱਚ ਹੈ। ਇਸ ਤਰ੍ਹਾਂ ਮਹਾਂਪੁਰਖ ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਅਤੇ ਉਹਨਾਂ ਦੇ ਉੱਤਰਾਧਿਕਾਰੀ ਸੰਤ ਗਿਆਨੀ ਮੋਹਨ ਸਿੰਘ ਜੀ ਪਿੰਡਰਾਂ ਵਾਲੇ ਇਹੀ ਅਰਥ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸਨ। ਬਾਕੀ ਵੀ ਟਕਸਾਲ ਦੇ ਮਹਾਂਪੁਰਖ ਵਿਦਵਾਨ ਗਿਆਨੀ ਜਨ ਉਹ ਇਸੇ ਤਰ੍ਹਾਂ ਹੀ ਅਰਥ ਕਰਦੇ ਹਨ। ਮਹੱਲਾ ਪੰਜਵਾਂ ਗਾਥਾ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀ ਉਚਾਰਨ ਕੀਤੀ ਹੋਈ ਗਾਥਾ ਬਾਣੀ ਹੈ। ਆਰੰਭ ਦੇ ਵਿੱਚ ਮੰਗਲਾਚਰਨ ਉਚਾਰਨ ਕਰਦੇ ਹਨ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਅਦਵੈਤ ਕਿਸ ਨੂੰ ਕਹਿੰਦੇ ਹਨ? ਜਿਹੜਾ ਸਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੋਵੇ, ਦੇਸ਼ ਕਾਲ ਵਸਤੂ ਕਰਕੇ ਪ੍ਰਸ਼ੇਦ ਨਾ ਹੋਵੇ, ਉਸ ਨੂੰ ਅਦਵੈਤ ਕਹਿੰਦੇ ਨੇ। ਦੂਸਰਾ ਅਦਵੈਤ ਦਾ ਭਾਵ ਲਾਸਾਨੀ, ਬੇਮਿਸਾਲ, ਜਿਸ ਵਰਗਾ ਕੋਈ ਹੋਰ ਨਹੀਂ, ਉਹਦੇ ਲਈ ਅਦਵੈਤ ਸ਼ਬਦ ਵਰਤਿਆ ਗਿਆ ਹੈ। ਇਸਲਾਮ ਦੇ ਵਿੱਚ ਖੁਦਾ ਨੂੰ ਵਾਹਦ ਮੰਨਿਆ। ਵਾਹਦ ਦਾ ਅਰਥ ਅਤੇ ਅਦਵੈਤ ਦਾ ਅਰਥ ਅਤੇ ਇੱਕ ਦਾ ਅਰਥ ਪਰਿਆਇਵਾਚਕ ਸਮਝਣਾ। ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਂਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਸਤ ਨਾਸ ਤੋਂ ਰਹਿਤ। ਇੱਕ ਅੰਕ ਹੈ ਓਂਕਾਰ, ਖੁੱਲ੍ਹੇ ਮੂੰਹ ਵਾਲਾ ਊੜਾ ਅਤੇ ਕਾਰ ਦੇ ਨਾਲ ਲਿਖਿਆ ਹੈ।
ਸਤ ਵਿਸ਼ੇਸ਼ਣ ਹੈ। ਇੱਕ ਓਂਕਾਰ ਸਰੂਪ ਜੋ ਵਾਹਿਗੁਰੂ ਪਰਮੇਸ਼ਰ ਹੈ, ਉਹ ਸਤ ਨਾਸ ਤੋਂ ਰਹਿਤ ਹੈ। ਮਿਲਦਾ ਕਿਵੇਂ ਹੈ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ। ਗੁਰੂ ਦੀ ਕਿਰਪਾ ਕਿਵੇਂ ਪ੍ਰਾਪਤ ਹੁੰਦੀ ਹੈ? ਜਦੋਂ ਅਸੀਂ ਗੁਰੂ ਦੀ ਆਗਿਆ ਦਾ ਪਾਲਣ ਕਰਦੇ ਹਾਂ। ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ। ਸੇਵਕ ਸਿੱਖ ਪੂਜਨ ਸਭ ਆਵਹਿ, ਸਭ ਗਾਵਹਿ ਹਰ ਹਰ ਊਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰ ਥਾਈ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਗਰੀਬ ਨਿਵਾਜ ਸਤਿਗੁਰੂ ਜੀ ਹੁਣ ਅੱਗੇ ਦੇਹ ਅਧਿਆਸ ਛਡਾਉਣ ਵਾਸਤੇ ਵੈਰਾਗਮਈ ਉਪਦੇਸ਼ ਬਖਸ਼ਿਸ਼ ਕਰਦੇ ਹਨ। ਹੋਰ ਵੀ ਬੇਅੰਤ ਤਰ੍ਹਾਂ ਦੇ ਸੁੰਦਰ ਉਪਦੇਸ਼ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰਦੇ ਹਨ। ਪਰਥਾਏ ਸਾਖੀ ਮਹਾਂਪੁਰਖ ਬੋਲਦੀ, ਸਾਂਝੀ ਸਗਲ ਜਹਾਨੈ। ਆਪ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਰਪੂਰ ਪਹੁਪ ਸੁਗੰਧਾ, ਪਰਸ ਮਨੁਖ ਦੇਹੰ ਮਲੀਣੰ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਹਨ, ਕਰਪੂਰ, ਮੁਸ਼ਕ ਕਪੂਰ ਨੂੰ ਕਹਿੰਦੇ ਨੇ। ਇਹ ਵੀ ਇੱਕ ਬਹੁਤ ਸੁੰਦਰ ਖੁਸ਼ਬੂਦਾਰ ਪਦਾਰਥ ਮੰਨਿਆ ਕਪੂਰ। ਪੋਹਪ ਫੁੱਲ, ਫੁੱਲ ਅਨੇਕਾਂ ਪ੍ਰਕਾਰ ਦੇ ਹੁੰਦੇ ਹਨ। ਉਹਨਾਂ ਵਿੱਚ ਬੜੀ ਸੁੰਦਰ ਸੁਗੰਧੀ ਵੀ ਹੁੰਦੀ ਹੈ। ਹਾਜ਼ੂਰ ਕਹਿੰਦੇ ਨੇ ਮੁਸ਼ਕ, ਕਾਫੂਰ, ਪੋਹਪ ਫੁੱਲ ਅਤੇ ਹੋਰ ਜਿਹੜੀਆਂ ਕਸਤੂਰੀ, ਚੰਦਨ ਆਦਿਕ ਸੁਗੰਧੀਆਂ ਨੇ। ਪਰਸ ਮਾਨੁਖ ਦੇਹੰ ਮਲੀਣ, ਜਦੋਂ ਮਨੁੱਖ ਦੀ ਦੇਹ ਨੂੰ, ਪਰਸ ਦਾ ਅਰਥ ਹੈ ਛੂੰਹਦੀਆਂ ਨੇ, ਮਲੀਣੰ ਮਲੀਨ ਹੋ ਜਾਂਦੀਆਂ। ਇਹਦਾ ਮਤਲਬ ਇਹ ਹੈ ਕਪੂਰ, ਫੁੱਲ ਅਤੇ ਸੁਗੰਧੀਆਂ ਪਹਿਲਾਂ ਬਹੁਤ ਪਵਿੱਤਰ ਹੁੰਦੀਆਂ ਨੇ, ਪਰ ਸਾਡੇ ਮਨੁੱਖੀ ਸਰੀਰ ਨੂੰ ਛੋਹ ਕੇ ਮਲੀਨ ਹੋ ਜਾਂਦੀਆਂ ਨੇ। ਕਿਉਂ? ਸਾਡੇ ਸਰੀਰ ਦੇ ਵਿੱਚ ਗੰਦਗੀ ਹੈ। ਸਾਡੇ ਸਰੀਰ ਵਿੱਚ ਕੀ ਹੈ? ਹਜ਼ੂਰ ਅੱਗੇ ਫਰਮਾਉਂਦੇ ਹਨ, ਮੱਝਾ ਰੁਦਰ ਦੁਰਗੰਧਾ, ਨਾਨਕ ਆਥ ਗਰਬੇਨ ਅਗਿਆਨਨੋ। ਸਾਡੇ ਸਰੀਰ ਵਿੱਚ ਹੈ ਕਿ ਮੱਝਾ ਦਾ ਅਰਥ ਹੈ ਮਿੱਝ, ਜਿਸ ਨੂੰ ਚਰਬੀ ਵੀ ਕਹਿ ਦਿੰਦੇ ਹਨ। ਰੁਦਰ ਲਹੂ, ਖੂਨ, ਬਲੱਡ ਵੀ ਜਿਸ ਨੂੰ ਕਹਿ ਦਿੰਦੇ ਹਨ। ਦੁਰਗੰਧਾ, ਹੋਰ ਦੁਰਗੰਧੀ ਵਾਲੇ ਪਦਾਰਥ, ਮਲ ਮੂਤਰ ਆਦਿ ਵੀ ਸਾਡੇ ਸਰੀਰ ਵਿੱਚ ਹੀ ਨੇ। ਨਾਨਕ ਅਥ ਗਰਬੇਣ ਅਗਿਆਨਨੋ, ਇਹੋ ਜਿਹੇ ਸਰੀਰ ਦਾ ਅਗਿਆਨੀ ਪੁਰਸ਼ ਹੰਕਾਰ ਕਰਦਾ। ਭਾਵ ਜਿਸ ਸਰੀਰ ਦੇ ਵਿੱਚ ਕੋਈ ਵੀ ਪਵਿੱਤਰ ਵਸਤੂ ਵੀ ਅਪਵਿੱਤਰ ਹੋ ਜਾਂਦੀ ਹੈ ਅਤੇ ਉਹ ਸਰੀਰ ਦਾ ਇਹ ਹੰਕਾਰ ਕਰਦਾ। ਕਈਆਂ ਨੂੰ ਆਪਣੀ ਦੇਹ ਦਾ ਵੀ ਹੰਕਾਰ ਹੋ ਜਾਂਦਾ। ਭਗਤ ਕਬੀਰ ਜੀ ਨੇ ਫਰਮਾਇਆ ਹੈ, ਕਬੀਰ ਗਰਵ ਨਾ ਕੀਜੀਐ, ਦੇਹੀ ਦੇਖ ਸੁਰੰਗ। ਆਜ ਕਾਲ ਤਜ ਜਾਹੋਗੇ ਜੋ ਕਾਂਚਰੀ ਪੋਏ ਅੰਗ। ਅਸੀਂ ਉਹ ਦੇਹ ਦਾ ਹੰਕਾਰ ਕਰਦੇ ਹਾਂ ਜਿਸ ਦੇ ਵਿੱਚ ਮਿੱਝ ਹੈ, ਚਰਬੀ ਹੈ, ਲਹੂ ਹੈ, ਹੋਰ ਦੁਰਗੰਧੀ ਵਾਲੇ ਪਦਾਰਥ ਹਨ। ਪਰਮਾਣੂ ਪਰਜੰਤ ਆਕਾਸ ਹੈ, ਦੀਪ ਲੋ ਸੇ ਖੰਡਨ ਹੈ। ਲਓ ਹੁਣ ਗਰੀਬ ਨਿਵਾਜ ਸਤਿਗੁਰੂ ਜੀ ਦੂਜੇ ਸ਼ਲੋਕ ਦੇ ਵਿੱਚ ਹੁਣ ਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ। ਮਨੁੱਖ ਰਿੱਧੀਆਂ ਸਿੱਧੀਆਂ ਵੀ ਪ੍ਰਾਪਤ ਕਰ ਲਵੇ। ਪਰਮਾਣੂ ਪ੍ਰਜੰਤ ਆਕਾਸ਼ ਹੈ। ਪਰਮਾਣੂ ਦੇ ਪ੍ਰਜੰਤ ਭਾਵ ਪਰਮਾਣੂ ਦੇ ਬਰਾਬਰ ਆਪਣੇ ਸਰੀਰ ਨੂੰ ਇੰਨਾ ਸੂਖਮ ਬਣਾ ਲਵੇ
ਤੇ ਆਕਾਸ਼ਾਂ ਦੇ ਵਿੱਚ ਉਡਾਰੀਆਂ ਮਾਰ ਲਵੇ। ਦੀਪ ਲੋ ਸੇ ਖੰਡਣ, ਇੱਥੇ ਹੀ ਬਸ ਨਹੀਂ। ਦੀਪ ਜਿਹੜੇ ਸਮੁੰਦਰ ਦੇ ਟਾਪੂ ਨੇ, ਆਈਸਲੈਂਡ ਨੇ, ਉਹਨਾਂ 'ਤੇ ਵੀ ਚੱਕਰ ਲਾਇਆ ਵੇ। ਲੋ ਤੋਂ ਭਾਵ ਜਿਹੜੇ 14 ਲੋਕ ਨੇ, 14 ਤਬਕ ਨੇ, ਉਹਨਾਂ ਦੇ ਵਿੱਚ ਵੀ ਚੱਕਰ ਲਾਇਆ ਵੇ। ਸੇ ਖੰਡਨ ਸੇ ਭਲੀ ਪ੍ਰਕਾਰ, ਜਿਹੜੇ 9 ਖੰਡ ਨੇ ਉਹਨਾਂ ਦੇ ਵਿੱਚ ਵੀ ਚੱਕਰ ਲਾ ਕੇ ਆ ਜਾਵੇ। ਭਾਵ ਸ਼ਕਤੀ ਇੰਨੀ ਹੋਵੇ, ਪਰਮਾਣੂ ਵਰਗਾ ਪਰਮ ਅਣੂ, ਸਭ ਤੋਂ ਵੱਡਾ ਸਭ ਤੋਂ ਛੋਟਾ ਕਿਣਕਾ, ਜਿਸ ਦੇ ਅੱਗੇ ਹਿੱਸੇ ਨਾ ਬਣ ਸਕਣ, ਉਹਨੂੰ ਪਰਮਾਣੂ ਕਹਿੰਦੇ ਨੇ। ਹੁਣ ਕਈ ਵਿਗਿਆਨੀਆਂ ਨੇ ਇਹ ਵੀ ਗੱਲ ਮੰਨੀ ਆ ਵੀ ਪਰਮਾਣੂਆਂ ਤੋਂ ਸ੍ਰਿਸ਼ਟੀ ਬਣੀ ਹੈ। ਸੋ ਰਹੋ ਵਿਚਾਰ, ਪਰਮਾਣੂ ਵਰਗਾ ਆਪਣੇ ਸਰੀਰ ਦਾ ਆਕਾਰ ਬਣਾ ਕੇ ਆਕਾਸ਼ਾਂ ਦੇ ਵਿੱਚ, ਉੱਪਰਲੇ ਮੰਡਲਾਂ ਦੇ ਵਿੱਚ ਯਾਤਰਾ ਕਰੇ ਆਵੇ, ਸਮੁੰਦਰ ਦੇ ਟਾਪੂਆਂ ਵਿੱਚ ਤੇ ਨਾਲ 14 ਤਬਕਾਂ ਦੇ ਵਿੱਚ ਤੇ 9 ਖੰਡਾਂ ਦੇ ਵਿੱਚ ਚੱਕਰ ਲਾਇਆ ਵੇ। ਗਸ਼ੀਣ ਨੈਣ ਪਾਰੇਨ, ਨਾਨਕ ਬਿਨਾ ਸਾਧੂ ਨਾ ਸਿੱਧਿਅਤੇ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਗਸ਼ੀਣ ਨੈਣ ਪਾਰੇਣ। ਗਸ਼ੀਣ ਦਾ ਅਰਥ ਹੁੰਦਾ ਜਾਣਾ, ਨੈਣ ਪਾਰੇਣ ਦਾ ਅਰਥ ਹੈ ਅੱਖ ਦੇ ਫੋਰੇ ਵਿੱਚ। ਅੱਖ ਦੇ ਫੋਰੇ ਦੇ ਵਿੱਚ ਹੀ ਆਕਾਸ਼ਾਂ ਦੇ ਵਿੱਚ, ਦੀਪਾਂ ਦੇ ਵਿੱਚ, ਲੋਕਾਂ ਦੇ ਵਿੱਚ, ਖੰਡਾਂ ਦੇ ਵਿੱਚ ਚਲਿਆ ਜਾਵੇ। ਭਾਵ ਮਿੰਟਾਂ ਸਕਿੰਟਾਂ ਦੇ ਵਿੱਚ ਹੀ, ਅੱਖ ਦੇ ਫੋਰੇ ਵਿੱਚ ਹੀ ਜਿੱਥੇ ਮਰਜ਼ੀ ਚਾਹੇ ਚਲਿਆ ਜਾਵੇ। ਪਰ ਹਜ਼ੂਰ ਕਹਿੰਦੇ ਬਿਨਾਂ ਸਾਧੂ ਨਾ ਸਿੱਧਿਆ ਤੇ, ਬਿਨਾਂ ਸਾਧੂ ਗੁਰੂ ਦੀ ਸ਼ਰਨ ਤੋਂ, ਬਿਨਾਂ ਗੁਰੂ ਦੀ ਦੀਖਿਆ ਸਿੱਖਿਆ ਕਮਾਉਣ ਤੋਂ ਨਾ ਸਿੱਧਿਆ ਤੇ ਉਹਨੂੰ ਮੁਕਤੀ ਨਹੀਂ ਪ੍ਰਾਪਤ ਹੋ ਸਕਦੀ। ਸਾਧਨ ਦੇ ਨਾਲ ਰਿੱਧੀਆਂ ਸਿੱਧੀਆਂ ਤੇ ਪ੍ਰਾਪਤ ਹੋ ਸਕਦੀਆਂ। ਆ ਜਿਵੇਂ ਸਿੱਧ ਲੋਕ ਆਕਾਸ਼ ਦੇ ਵਿੱਚ ਵੀ ਉਡਾਰੀਆਂ ਮਾਰ ਲੈਂਦੇ ਸਨ, ਪਰ ਮੁਕਤੀ ਨਹੀਂ ਪ੍ਰਾਪਤ ਹੋ ਸਕਦੀ। ਅਥਵਾ ਬਿਨਾਂ ਸਾਧੂ ਨਾ ਸਿੱਧਿਆ ਤੇ, ਬਿਨਾਂ ਸਾਧੂ ਗੁਰੂ ਦੀ ਕਿਰਪਾ ਤੋਂ ਸਿੱਧਿਆ ਤੇ ਦਾ ਅਰਥ ਜੀਵਨ ਦੀ ਸਫਲਤਾ ਨਹੀਂ ਹੋ ਸਕਦੀ। ਇਹ ਵੀ ਦੂਜਾ ਅਰਥ ਕੀਤਾ ਹੈ। ਭਾਵੇਂ ਸ਼ਕਤੀ ਇੰਨੀ ਹੋਵੇ, ਰਿੱਧੀਆਂ ਸਿੱਧੀਆਂ ਦਾ ਮਾਲਕ ਬਣ ਜਾਵੇ, ਪਰਮਾਣੂ ਵਰਗਾ ਸੂਖਸ਼ਮ ਸਰੀਰ ਬਣਾ ਕੇ ਆਕਾਸ਼ਾਂ ਵਿੱਚ, ਦੀਪਾਂ ਵਿੱਚ, ਲੋਕਾਂ ਵਿੱਚ, ਖੰਡਾਂ ਦੇ ਵਿੱਚ ਚੱਕਰ ਲਾਵੇ, ਅੱਖ ਦੇ ਫੋਰੇ ਵਿੱਚ ਜਿੱਥੇ ਜਾਣਾ ਚਾਹੇ ਜਾ ਸਕੇ, ਪਰ ਗੁਰੂ ਦੀ ਸ਼ਰਨ ਤੋਂ ਬਿਨਾਂ ਉਹਨੂੰ ਕਦੇ ਮੁਕਤੀ ਨਹੀਂ ਮਿਲ ਸਕਦੀ। ਜਾਣੋ ਸਤ ਹੋਵੰਤੋ ਮਰਣੋ, ਦ੍ਰਿਸ਼ਟੇਨ ਮਿਥਿਆ। ਗਰੀਬ ਅਨੁਵਾਦ ਸਤਿਗੁਰੂ ਜੀ ਫਰਮਾਉਂਦੇ ਹਨ, ਜਾਣੋ ਸਤ, ਇਸ ਗੱਲ ਨੂੰ ਸੱਚਾ ਜਾਣੋ। ਕਿਹੜੀ ਗੱਲ ਨੂੰ? ਹੋਵੰਤੋ ਮਰਨੋ, ਵੀ ਇੱਕ ਦਿਨ ਮੌਤ ਹੋਣੀ ਹੀ ਹੋਣੀ ਹੈ। ਮੌਤ ਇੱਕ ਅਟਲ ਸੱਚਾਈ ਹੈ, ਜਿਸ ਨੂੰ ਕੋਈ ਵੀ ਮਨੁੱਖ ਮੰਨਣ ਲਈ ਤਿਆਰ ਨਹੀਂ, ਪਰ ਹੈ ਅਟਲ ਸੱਚਾਈ। ਜਦੋਂ ਆਪਾਂ ਕਿਸੇ ਦੇ ਮਰਨ ਦੀ ਖਬਰ ਸੁਣਦੇ ਹਾਂ, ਪਹਿਲ ਸਾਨੂੰ ਯਕੀਨ ਨਹੀਂ ਆਉਂਦਾ, ਹੈ ਉਹ ਚੰਗਾ ਭਲਾ ਸੀ, ਇੰਨੀ ਛੇਤੀ ਕਿਵੇਂ ਜਾ ਸਕਦਾ। ਇਹੋ ਜਿਹੀਆਂ ਗੱਲਾਂ ਬਾਰੇ ਸੋਚਣ ਲੱਗ ਜਾਂਦੇ ਹਾਂ। ਪਰ ਹਜ਼ੂਰ ਕਹਿੰਦੇ, ਕਹਾਂ ਬਸਾਸਾ ਇਸ ਭਾਂਡੇ ਕਾ, ਇਤਨਾ ਕੁ ਲਾਗਾ ਠਨਕਾ। ਇਹ ਸਰੀਰ ਤੇ ਕੱਚਾ ਭਾਂਡਾ ਹੈ, ਇਹਦਾ ਕੀ ਭਰੋਸਾ ਹੈ ਕਦੋਂ ਇਸ ਨੇ ਟੁੱਟ ਜਾਣਾ ਹੈ। ਜਾਣੋ ਸਤ, ਇਸ ਗੱਲ ਨੂੰ ਸੱਚਾ ਜਾਣੋ। ਹੋਵੰਤੋ ਮਰਨੋ, ਇੱਕ ਦਿਨ ਮੌਤ ਹੋਣੀ ਹੀ ਹੋਣੀ ਹੈ, ਮੌਤ ਅਵਸ਼ ਹੈ। ਦ੍ਰਿਸ਼ਟੇਨ ਮਿਥਿਆ, ਦੂਸਰੀ ਗੱਲ ਭਾਈ, ਇਹ ਜੋ ਕੁਝ ਅਸੀਂ ਅੱਖਾਂ ਦੇ ਨਾਲ ਵੇਖ ਰਹੇ ਹਾਂ, ਮਿਥਿਆ, ਇਹ ਸਾਰਾ ਨਾਸਵੰਤ ਹੈ। ਕਿਉਂ? ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਨਹਾਰ, ਦ੍ਰਿਸ਼ਟ ਮਾਨ ਹੈ ਸਗਲ ਮਥੇਨਾ। ਜੋ ਅਸੀਂ ਇਹਨਾਂ ਅੱਖਾਂ ਦੇ ਨਾਲ ਵੇਖਦੇ ਹਾਂ ਨਾ, ਉਹਨੇ ਇੱਕ ਦਿਨ ਨਾਸ ਹੋਣਾ ਹੀ ਹੋਣਾ ਹੈ। ਕੀਰਤ ਫਾਤ ਚਲੰਥੋ, ਭਣੰਤ ਨਾਨਕ ਸਾਧ ਸੰਗੇਨ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ ਵੀ ਵਾਹਿਗੁਰੂ ਦੀ ਕੀਰਤੀ ਸਿਫਤ ਸਲਾਹ, ਉਹ ਸਾਡੇ ਨਾਲ ਚਲੰਥੋ, ਨਾਲ ਜਾਣ ਵਾਲੀ ਹੈ। ਭਣੰਤ ਨਾਨਕ ਸਾਧ ਸੰਗੇਨ, ਕਿਹੜੀ ਕੀਰਤੀ?
ਜਿਹੜੀ ਕੀਰਤੀ ਸਾਧ ਸੰਗੀਣ, ਸਾਧ ਸੰਗਤ ਦੇ ਵਿੱਚ ਬੈਠ ਕੇ ਅਸੀਂ ਉਚਾਰਨ ਕਰਦੇ ਹਾਂ। ਪੜ੍ਹਾਉਣ ਦਾ ਅਰਥ ਹੁੰਦਾ ਉਚਾਰਨ ਕਰਨਾ। ਸਾਧ ਸੰਗਤ ਵਿੱਚ ਬੈਠ ਕੇ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁਟਹਿ ਨਿਕਟ ਨਾ ਜਾਈਓ ਦੂਤ। ਸਾਧ ਸੰਗਤ ਵਿੱਚ ਬੈਠ ਕੇ ਜੋ ਆਪਾਂ ਬਾਣੀ ਪੜ੍ਹਦੇ ਹਾਂ, ਪਰਮੇਸ਼ਰ ਦੀ ਕੀਰਤਨ ਭਗਤੀ ਨਾਲ ਜੁੜਦੇ ਹਾਂ, ਉਸ ਮਾਲਕ ਦੀ ਸਿਫਤ ਸਲਾਹ ਕਰਦੇ ਹਾਂ, ਇਹਨੇ ਭਾਈ ਸਾਡੇ ਨਾਲ ਜਾਣਾ ਹੈ। ਮਾਇਆ ਚਿਤ ਪਰਮੀਣ ਇਸ਼ਟ ਮਿਤਰੇਕ ਬਾਂਧਵਹਿ। ਲੋ ਗਰੀਬਨ ਵਾਸ ਸਤਿਗੁਰੂ ਜੀ ਕਹਿੰਦੇ ਨੇ, ਮਾਇਆ ਐਸੀ ਮੋਹਣੀ ਪਾਈ, ਜੇਤੇ ਜੀ ਤੇਤੇ ਡਹਿਕਾਈ। ਇਹ ਮਾਇਆ ਸਭ ਦੇ ਚਿੱਤ ਨੂੰ ਭਰਮਾ ਦਿੰਦੀ ਹੈ। ਇਸ਼ਟ ਪਿਆਰਾ, ਮਤਰੇਕ ਮਿੱਤਰ, ਤੇ ਬਾਂਧਵ ਚਾਹੇ ਕੋਈ ਸੰਬੰਧੀ ਹੋਵੇ। ਜਦੋਂ ਮਨੁੱਖ ਦੇ ਮਨ ਦੇ ਵਿੱਚ ਮਾਇਆ ਦਾ ਲੋਭ ਪੈਦਾ ਹੋ ਜਾਂਦਾ ਹੈ, ਫਿਰ ਨਾ ਤੇ ਇਸ਼ਟ ਦੀ ਪਰਵਾਹ ਕਰਦਾ ਤੇ ਨਾ ਹੀ ਮਿੱਤਰਾਂ ਦੀ ਲਿਹਾਜ਼ ਰੱਖਦਾ, ਨਾ ਹੀ ਸੰਬੰਧੀਆਂ ਦਾ ਕੋਈ ਖਿਆਲ ਰੱਖਦਾ। ਜਦੋਂ ਮਨੁੱਖ ਦੇ ਮਨ ਦੇ ਵਿੱਚ ਲੋਭ ਲਾਲਚ ਆ ਜਾਂਦਾ ਹੈ, ਤੇ ਫਿਰ ਮਿੱਤਰਾਂ ਨਾਲ ਵੀ, ਰਿਸ਼ਤੇਦਾਰਾਂ ਦੇ ਨਾਲ ਵੀ, ਤੇ ਜਿਹੜੇ ਇਸ਼ਟ ਗੁਰੂ ਪੀਰ ਨੇ, ਪੂਰਵਜ ਨੇ, ਸਤਿਕਾਰਯੋਗ ਨੇ, ਪੂਜਨ ਯੋਗ ਨੇ, ਉਹਨਾਂ ਦੇ ਨਾਲ ਵੀ ਧੋਖਾ ਕਰਨ ਤੋਂ ਗੁਰੇਜ਼ ਨਹੀਂ ਕਰਦਾ। ਲਬਦਿਅੰ ਸਾਧ ਸੰਗੀਨ ਨਾਨਕ ਸੁਖ ਅਸਥਾਨੰ ਗੋਪਾਲ ਭਜਨੰ। ਸੁਖ ਅਸਥਾਨੰ, ਗਰੀਬਨ ਵਾਸ ਸਤਿਗੁਰੂ ਜੀ ਫਰਮਾਉਂਦੇ ਨੇ, ਅਸਲੀ ਜਿਹੜਾ ਸੁਖ ਦਾ ਅਸਥਾਨ ਗੋਪਾਲ ਭਜਨ, ਪਰਮੇਸ਼ਰ ਦਾ ਸਿਮਰਨ ਹੈ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸ਼ ਤਨ ਮਾਹੇ ਮਿਟਾਵੋ। ਹਾਲਤ ਸੁਖ ਪਾਲਤ ਸੁਖ, ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੇ। ਅਸਲੀ ਸੁਖ ਦਾ ਅਸਥਾਨ ਪਰਮੇਸ਼ਰ ਦਾ ਸਿਮਰਨ ਹੈ। ਲੱਭਦਾ ਕਿੱਥੋਂ ਹੈ? ਲੱਭਦੇ ਸਾਧ ਸੰਗੀਣ, ਵੀ ਸਾਧ ਸੰਗਤ ਵਿੱਚੋਂ ਇਹ ਸਿਮਰਨ ਦੀ ਦਾਤ ਪ੍ਰਾਪਤ ਹੁੰਦੀ ਹੈ, ਅਤੇ ਸਿਮਰਨ ਦੁਆਰਾ ਹੀ ਸਾਨੂੰ ਸੁਖ ਪ੍ਰਾਪਤ ਹੁੰਦਾ ਹੈ। ਮੈਂ ਲਾਗਰ ਸੰਗੀਨ ਨਿੰਮ ਬਿਰਖ ਸੇ ਚੰਦਨ ਹੈ। ਲੋ ਗਰੀਬਨ ਵਾਸ ਸਤਿਗੁਰੂ ਜੀ ਫਰਮਾਉਂਦੇ ਹਨ, ਜਿਹੜੀ ਮਹਾਂਪੁਰਸ਼ਾਂ ਦੀ ਸੰਗਤ ਹੈ ਉਹ ਚੰਦਨ ਵਰਗੀ ਹੁੰਦੀ ਹੈ। ਮੈਂ ਲਾਗਰ ਸੰਗੀਨ, ਮੈਂ ਲਾਗਰ ਦਾ ਅਰਥ ਹੈ ਚੰਦਨ। 52 ਚੰਦਨ ਦਾ ਆਕਾਰ ਬਹੁਤ ਛੋਟਾ ਹੁੰਦਾ, ਪਰ ਉਸ ਦੇ ਵਿੱਚ ਗੁਣ ਬਹੁਤ ਮਹਾਨ ਹੁੰਦੇ ਨੇ। ਉਸ ਚੰਦਨ ਦੀ ਸੰਗਤ ਕਰਕੇ, ਨਿੰਮ ਬਿਰਖ ਸੇ ਚੰਦਨ ਹੈ, ਜਿਹੜਾ ਨਿੰਮ ਦਾ ਦਰਖਤ ਹੈ, ਨਿੰਮ ਦੇ ਪੱਤੇ ਵੀ ਕੌੜੇ ਹੁੰਦੇ ਨੇ ਅਤੇ ਉਹਦੇ ਫਲ ਵੀ ਕੌੜੇ ਹੁੰਦੇ ਨੇ, ਉਹਦੀ ਦਾਤਣ ਵੀ ਕੌੜੀ ਹੁੰਦੀ, ਪਰ ਹੁੰਦੀ ਗੁਣਕਾਰ ਹੈ। ਹਾਜ਼ੂਰ ਕਹਿੰਦੇ ਨੇ, ਚੰਦਨ ਦੀ ਸੰਗਤ ਕਰਕੇ ਨਿੰਮ ਦਾ ਬਿਰਖ ਵੀ ਸੇ ਭਲੀ ਪ੍ਰਕਾਰ ਚੰਦਨ ਹੀ ਬਣ ਜਾਂਦਾ। ਕਿਉਂ? ਚੰਦਨ ਦੇ ਵਿੱਚ ਗੁਣ ਹੈ, ਜਿਹੜਾ ਵੀ ਉਸ ਦੇ ਨੇੜੇ ਰਹਿੰਦਾ ਉਹਦੇ ਵਿੱਚ ਆਪਣੀ ਖੁਸ਼ਬੂ ਭਰ ਦਿੰਦਾ ਹੈ। ਇਸੇ ਤਰ੍ਹਾਂ ਮਹਾਂਪੁਰਖਾਂ ਦੀ ਸੰਗਤ ਦਾ ਵੀ ਇਹ ਫਲ ਹੈ। ਜਿਹੜਾ ਵੀ ਉਹਨਾਂ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ, ਉਹਦੇ ਵਿੱਚ ਵੀ ਸਿੱਖੀ ਦੀ ਸੁਗੰਧੀ, ਗੁਰਬਾਣੀ ਦੀ ਮਹਿਕ ਅਤੇ ਭਗਤੀ ਦਾ ਉਹਦੇ ਵਿੱਚ ਮੁਸ਼ਕ ਕਾਫੂਰ ਘੋਲ ਦਿੰਦੇ ਨੇ। ਉਹਦਾ ਜੀਵਨ ਵੀ ਸ਼ਰਧਾ ਵਾਲਾ, ਭਗਤੀ ਵਾਲਾ, ਸਿਮਰਨ ਵਾਲਾ ਬਣਾ ਦਿੰਦੇ ਹਨ। ਨਿਕਟ ਬਸੰਤੋ ਬਾਸੋ ਨਾਨਕ ਅਹੰ ਬੁੱਧ ਨਾ ਬੋਹ ਤੇ। ਲੋ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਵੀ ਇੱਕ ਬਾਂਸ ਹੈ, ਉਹ ਭਾਵੇਂ ਚੰਦਨ ਦੇ ਨਿਕਟ ਬਸੰਤ ਤੋਂ ਨੇੜੇ ਵੀ ਵਸਦਾ ਹੈ। ਚੰਦਨ ਦਾ ਬਿਰਸ਼ ਭਾਵੇਂ ਬਾਂਸ ਦਾ ਬਿਰਸ਼ ਭਾਵੇਂ ਚੰਦਨ ਦੇ ਨੇੜੇ ਵੀ ਕਿਉਂ ਨਾ ਵਸਦਾ ਹੋਵੇ, ਨਾਨਕ ਅਹੰ ਬੁੱਧ, ਉਹਦੇ ਵਿੱਚ ਹੰਕਾਰ ਵਾਲੀ ਬੁੱਧੀ ਹੁੰਦੀ ਹੈ, ਨਾ ਬੋਹਤੇ, ਉਹਨੂੰ ਚੰਦਨ ਦੀ ਸੁਗੰਧੀ ਨਹੀਂ ਹਾਸਲ ਹੋ ਸਕਦੀ। ਬੋਹਤੇ ਦਾ ਅਰਥ ਹੁੰਦਾ ਸੁਗੰਧੀ ਦਾ, ਉਹ ਸੁਗੰਧਿਤ ਨਹੀਂ ਹੋ ਸਕਦਾ। ਕਿਉਂ? ਉਹਦੇ ਵਿੱਚ ਹੰਕਾਰ ਵਾਲੀ ਬੁੱਧੀ ਹੁੰਦੀ ਹੈ। ਮਹਾਂਪੁਰਖ ਇਹ ਵੀ ਵਿਚਾਰ ਦੱਸਦੇ ਸਨ ਵੀ ਬਾਂਸ ਦੇ ਵਿੱਚ 5 ਦੋਸ਼ ਹੁੰਦੇ ਨੇ। ਇੱਕ ਤਾਂ ਬਾਂਸ ਦੇ ਵਿੱਚ ਹੰਕਾਰ ਹੁੰਦਾ, ਬਈ ਮੈਂ ਬਹੁਤ ਉੱਚਾ ਹਾਂ, ਚੰਦਨ ਦਾ ਬਿਰਸ਼ ਮੇਰੇ ਮੁਕਾਬਲੇ 'ਤੇ ਬਹੁਤ ਛੋਟਾ ਹੈ। ਇਹ ਹੰਕਾਰ ਵਾਲੀ ਬੁੱਧੀ ਹੋਣ ਕਰਕੇ ਉਹ ਉਸ ਚੰਦਨ ਦੀ ਸੁਗੰਧੀ ਨੂੰ ਗ੍ਰਹਿਣ ਨਹੀਂ ਕਰ ਸਕਦਾ।
ਇਸੇ ਤਰ੍ਹਾਂ ਹੰਕਾਰੀ ਪੁਰਸ਼ ਵੀ ਮਹਾਂਪੁਰਖਾਂ ਦੀ ਸੰਗਤ ਵਿੱਚੋਂ ਭਾਵ ਭਗਤੀ ਦਾ ਗੁਣ ਗ੍ਰਹਿਣ ਨਹੀਂ ਕਰ ਸਕਦਾ। ਦੂਸਰਾ, ਬਾਂਸ ਦੇ ਵਿੱਚ ਇਹ ਦੋਸ਼ ਹੁੰਦਾ ਹੈ, ਉਹਦੇ ਵਿੱਚ ਗੰਢਾਂ ਹੁੰਦੀਆਂ ਨੇ। ਇਸੇ ਤਰ੍ਹਾਂ ਵਰਨਾ ਸ਼ਰਮਾ ਦਾ ਹੰਕਾਰ, ਇਹ ਉਸ ਦੇ ਵਿੱਚ ਗੰਢਾਂ ਹੁੰਦੀਆਂ ਨੇ। ਤੀਜਾ ਦੋਸ਼ ਹੈ, ਬਾਂਸ ਦਾ ਬਿਰਛ ਅੰਦਰੋਂ ਪੋਲਾ ਹੁੰਦਾ ਹੈ, ਅਤੇ ਜਿਹੜਾ ਸਾਕਤ ਪੁਰਸ਼ ਹੈ, ਹੰਕਾਰੀ ਮਨੁੱਖ ਹੈ, ਉਹਦਾ ਅੰਦਰੋਂ ਭਾਵ ਭਗਤੀ ਤੋਂ, ਸ਼ਰਧਾ ਤੋਂ, ਪ੍ਰੇਮ ਤੋਂ ਖਾਲੀ ਹੁੰਦਾ, ਅੰਦਰੋਂ ਪੋਲਾ ਹੀ ਰਹਿੰਦਾ। ਜੋ ਬਾਂਸ ਵਜਾਈ ਹੈ ਫੂਕ, ਉਹ ਚੰਗੀ ਸਿੱਖਿਆ ਨੂੰ ਗ੍ਰਹਿਣ ਨਹੀਂ ਕਰ ਸਕਦਾ। ਚੌਥਾ, ਬਾਂਸ ਦੇ ਵਿੱਚ ਦੋਸ਼ ਹੁੰਦਾ, ਉਹ ਕਠੋਰ ਹੁੰਦਾ। ਅਤੇ ਇਸੇ ਤਰ੍ਹਾਂ ਜਿਹੜਾ ਹੰਕਾਰੀ ਪੁਰਸ਼ ਹੈ, ਉਹਦਾ ਮਨ ਵੀ ਕਠੋਰ ਸਖਤ ਹੁੰਦਾ ਹੈ, ਉਹਦੇ ਉੱਤੇ ਨਾਮ ਬਾਣੀ ਦਾ ਉਪਦੇਸ਼ ਅਸਰ ਨਹੀਂ ਕਰਦਾ। ਪੰਜਵਾਂ ਦੋਸ਼ ਹੈ, ਉਸ ਬਾਂਸ ਦੇ ਵਿੱਚ ਸਿਲਤਾਂ ਹੁੰਦੀਆਂ ਨੇ, ਜੋ ਹੱਥਾਂ ਨੂੰ ਵੱਜਦੀਆਂ ਨੇ, ਚੁੱਭਦੀਆਂ ਨੇ। ਇਉਂ ਉਹਦੇ ਵਿੱਚ ਈਰਖਾ, ਦਵੈਸ਼ ਦੀਆਂ ਸਿਲਤਾਂ ਹੁੰਦੀਆਂ ਨੇ। ਇਹ ਦੋਸ਼ ਹੋਣ ਕਰਕੇ ਹੰਕਾਰੀ ਪੁਰਸ਼ ਮਹਾਂਪੁਰਖਾਂ ਦੀ ਸੰਗਤ ਤੋਂ ਕੋਈ ਲਾਭ ਨਹੀਂ ਲੈ ਸਕਦਾ। ਉਹ ਬਾਂਸ ਵਡਾਈ ਬੂਟਿਆਂ ਇਉਂ ਮਤ ਡੁੱਬੋ ਕੋਈ, ਚੰਦਨ ਕੈ ਨਿਕਟੇ ਬਸੈ ਬਾਂਸ ਸੁਗੰਧ ਨਾ ਹੋਏ। ਇਉਂ ਚੰਦਨ ਦੇ ਨੇੜੇ ਰਹਿੰਦਾ ਹੋਇਆ ਬਾਂਸ, ਉਹ ਉਸ ਦੀ ਸੁਗੰਧੀ ਤੋਂ ਖਾਲੀ ਰਹਿ ਜਾਂਦਾ ਹੈ। ਇਸੇ ਤਰ੍ਹਾਂ ਹੰਕਾਰੀ ਪੁਰਸ਼ ਮਹਾਂਪੁਰਖਾਂ ਦੀ ਸੰਗਤ ਤੋਂ ਕੋਈ ਲਾਭ ਨਹੀਂ ਲੈ ਸਕਦੇ। ਗਾਥਾ ਗੁੰਫ ਗੋਪਾਲ ਕਥੰ ਮਥੰ ਮਾਨ ਮਰਦਨ ਹੈ। ਲੋ ਹੁਣ ਕਵੀ ਜੀ ਕਹਿੰਦੇ ਨੇ, ਇਹ ਜਿਹੜੀ ਗਾਥਾ ਬਾਣੀ ਹੈ, ਗੁੰਫ ਗੋਪਾਲ ਕਥੰ, ਇਹਦੇ ਵਿੱਚ ਗੋਪਾਲ ਵਾਹਿਗੁਰੂ ਦੀ ਕਥਾ ਨੂੰ ਗੁੰਫ ਦਾ ਅਰਥ ਗੁੰਦਣਾ ਕੀਤਾ। ਜਿਵੇਂ ਕੋਈ ਮਾਲੀ ਫੁੱਲਾਂ ਦਾ ਸਿਹਰਾ ਗੁੰਦਾ ਹੈ, ਇਸੇ ਤਰ੍ਹਾਂ ਇਸ ਗਾਥਾ ਬਾਣੀ ਦੇ ਵਿੱਚ ਅਸੀਂ ਉਸ ਗੋਪਾਲ ਵਾਹਿਗੁਰੂ ਦੀ ਕਥਾ ਨੂੰ ਗੁੰਥਨ ਕੀਤਾ। ਮਥੰ, ਜਿਹੜਾ ਇਸ ਨੂੰ ਮਥੰ ਦਾ ਅਰਥ ਹੈ ਮੱਥਦਾ ਹੈ, ਵਿਚਾਰਦਾ ਹੈ। ਮਾਨ ਮਰਦਨਾ, ਉਹਦੇ ਹੰਕਾਰ ਨੂੰ ਮਲ ਦਿੰਦੀ ਹੈ, ਹੰਕਾਰ ਨੂੰ ਨਾਸ ਕਰ ਦਿੰਦੀ ਹੈ। ਹਤੰ ਪੰਚ ਸਤਰੇਨ ਨਾਨਕ ਹਰ ਬਾਣੇ ਪ੍ਰਹਾਰਣ ਹੈ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਇਹ ਜਿਹੜੀ ਗਾਥਾ ਬਾਣੀ ਦੀ ਕਥਾ ਹੈ, ਹਤੰ ਪੰਚ ਸਤਰੇਨ, ਜਿਹੜੇ ਸਾਡੇ ਪੰਜ ਦੁਸ਼ਮਣ ਨੇ। ਪੰਜ ਦੁਸ਼ਮਣ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ। ਇਹ ਪੰਜ ਵਿਕਾਰ ਸਾਡੇ ਅੰਦਰੂਨੀ ਦੁਸ਼ਮਣ ਨੇ। ਅਤੇ ਇਹ ਜਿਹੜੀ ਕਥਾ ਹੈ, ਹਤੰਗ ਪੰਜ ਸੰਤਰੇਣ, ਇਹ ਸਾਡੇ ਪੰਜ ਦੁਸ਼ਮਣਾਂ ਨੂੰ ਨਾਸ਼ ਕਰ ਦਿੰਦੀ ਹੈ। ਕਿਵੇਂ? ਨਾਨਕ ਹਰ ਬਾਣੀ ਪ੍ਰਹਾਰਨ ਹੈ। ਹਾਜ਼ੂਰ ਕਹਿੰਦੇ, ਜਿਹੜਾ ਮਨੁੱਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਦਾ ਤੀਰ ਚਲਾਉਂਦਾ ਹੈ, ਅਤੇ ਫਿਰ ਇਹ ਜਿਹੜਾ ਨਾਮ ਦਾ ਤੀਰ ਹੈ, ਇਹ ਪੰਜ ਦੁਸ਼ਮਣਾਂ ਨੂੰ ਪ੍ਰਹਾਰਨ ਹੈ, ਨਾਸ਼ ਕਰ ਦਿੰਦਾ ਹੈ। ਅਥਵਾ ਨਾਨਕ ਹਰ ਬਾਣੀ ਪ੍ਰਹਾਰਨ ਹੈ, ਜਿਹੜਾ ਵਾਹਿਗੁਰੂ ਦੇ ਸਿਫਤ ਸਲਾਹ ਦੇ ਤੀਰ ਨੂੰ ਮਾਰਦਾ ਹੈ। ਪ੍ਰਹਾਰਨਾ ਦਾ ਅਰਥ ਵੀ ਤੀਰ ਮਾਰਨਾ। ਨਾਨਕ ਹਰ ਬਾਣੀ ਪ੍ਰਹਾਰਨ ਹੈ, ਜਿਹੜਾ ਵਾਹਿਗੁਰੂ ਦੇ ਨਾਮ ਦਾ ਸਿਮਰਨ ਦਾ ਬਾਣੀ ਦਾ ਤੀਰ ਮਾਰਦਾ ਹੈ, ਅਤੇ ਫਿਰ ਉਹਦੇ ਪੰਜ ਦੁਸ਼ਮਣ ਨਾਸ਼ ਹੋ ਜਾਂਦੇ ਹਨ। ਬਚਨ ਸਾਧ ਸੁਖ ਪੰਥਾ ਲਹੰਥਾ ਬੜ ਕਰਮਣ ਹੈ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਬਚਨ ਸਾਧ ਸੁਖ ਪੰਥਾ। ਸਾਧ ਸਤਿਗੁਰੂ ਦੇ ਬਚਨ, ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ। ਸੁਖ ਪੰਥਾ ਸੁੱਖਾਂ ਦੇ ਮਾਰਗ ਨੇ। ਮਹਾਂਪੁਰਖਾਂ ਦੇ ਬਚਨ ਸੁੱਖਾਂ ਦੀਆਂ ਪੱਗ ਡੰਡੀਆਂ ਨੇ। ਲਹੰਤਾ ਬੜ ਕਰਮਣ ਹੈ, ਅਤੇ ਵੱਡਿਆਂ ਕਰਮਾਂ ਵਾਲਾ ਹੀ, ਵੱਡਿਆਂ ਭਾਗਾਂ ਵਾਲਾ ਹੀ ਇਹਨਾਂ ਨੂੰ ਲਹੰਤਾ ਪ੍ਰਾਪਤ ਕਰਦਾ ਹੈ। ਰਹੰਤਾ ਜਨਮ ਮਰਣੇਨ ਰਮਨੰ ਨਾਨਕ ਹਰ ਕੀਰਤਨ ਹੈ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਰਮਨੰ ਨਾਨਕ ਹਰ ਕੀਰਤਨ ਹੈ। ਜਿਹੜਾ ਗੁਰਸਿੱਖ ਮਾਈ ਭਾਈ ਸੰਗਤ ਵਿੱਚ ਬੈਠ ਕੇ, ਗੁਰੂ ਦੀ ਸ਼ਰਨ ਵਿੱਚ ਸੋਭਤ ਵਿੱਚ ਬੈਠ ਕੇ ਰਮਨੰ ਨਾਨਕ ਹਰ ਕੀਰਤਨ ਹੈ, ਉਸ ਵਾਹਿਗੁਰੂ ਦੇ ਕੀਰਤਨ ਜਸ ਨੂੰ ਰਮਨੰ ਦਾ ਅਰਥ ਉਚਾਰਨ ਕਰਦਾ। ਰਹੰਤਾ ਜਨਮ ਮਰਣੇਨ, ਉਹ ਜਨਮ ਮਰਨ ਤੋਂ ਰਹਿਤ ਹੋ ਜਾਂਦਾ। ਭਾਵ ਸੰਗਤ ਵਿੱਚ ਬੈਠ ਕੇ ਜਿਹੜਾ ਗੁਰੂ ਦੇ ਬਚਨਾਂ ਨੂੰ, ਗੁਰੂ ਦੀ ਬਾਣੀ ਨੂੰ ਸੁਣਦਾ ਹੈ, ਪੜ੍ਹਦਾ ਹੈ, ਗਾਉਂਦਾ ਹੈ, ਉਚਾਰਨ ਕਰਦਾ ਹੈ,
ਫਿਰ ਉਹ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ। ਪੱਤਰ ਪੁਰਜੇਣ ਚੜੀਆਂ ਨਹਿ ਜੜੀਆਂ ਪੇੜ ਸੰਪਤਾ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜਿਵੇਂ ਪਤਝੜ ਰੁੱਤ ਆਉਂਦੀ ਹੈ, ਪਤਝੜ ਰੁੱਤ ਦੇ ਵਿੱਚ ਜਿਹੜੇ ਬਿਰਛਾਂ ਦੇ ਪੱਤਰੇ ਨੇ ਪੁਰਜੇਨ, ਉਹ ਭੁਰ ਭੁਰ ਕੇ ਹੇਠਾਂ ਡਿੱਗਦੇ ਨੇ। ਝੜੀਆਂ ਦਾ ਅਰਥ ਹੁੰਦਾ ਹੇਠਾਂ ਡਿੱਗਣਾ। ਜਿਵੇਂ ਪਤਝੜ ਰੁੱਤ ਦੇ ਵਿੱਚ ਬਿਰਛਾਂ ਦੇ ਪੱਤਰੇ ਭੁਰ ਭੁਰ ਕੇ ਹੇਠਾਂ ਝੜਦੇ ਨੇ, ਹੇਠਾਂ ਡਿੱਗਦੇ ਨੇ, ਨਾ ਜੜੀਆਂ ਪੇੜ ਸੰਪਦਾ। ਅਤੇ ਫਿਰ ਉਹ ਦੁਬਾਰਾ ਪੇੜ ਦੀ ਸੰਪਦਾ ਕੀ, ਉਸ ਦੀਆਂ ਟਾਹਣੀਆਂ ਹੁੰਦੀਆਂ ਨੇ ਵੱਡੀਆਂ ਛੋਟੀਆਂ, ਉਹਨਾਂ ਦੇ ਨਾਲ ਨਹੀਂ ਜੁੜ ਸਕਦੀ। ਇਹ ਕੁਦਰਤ ਦਾ ਨਿਯਮ ਹੈ। ਜਿਹੜਾ ਇੱਕ ਵਾਰੀ ਪੱਤਰਾ ਟਾਹਣੀ ਦੇ ਨਾਲੋਂ ਟੁੱਟ ਜਾਵੇ, ਫਿਰ ਉਹ ਦੁਬਾਰਾ ਮੁੜ ਕੇ ਉਸ ਟਾਹਣੀ ਨੂੰ ਜੋੜ ਨਹੀਂ ਸਕਦਾ। ਹਜ਼ੂਰ ਕਹਿੰਦੇ ਨੇ ਇਸੇ ਤਰ੍ਹਾਂ ਵੀ ਇਹ ਜਿਹੜਾ ਮਨੁੱਖ ਹੈ, ਜਦੋਂ ਇੱਕ ਵਾਰੀ ਇਸ ਦਾ ਮਨੁੱਖਾ ਜੀਵਨ ਕਾਲ ਤੋਂ ਹੱਥ ਛੁੱਟ ਜਾਵੇ, ਫਿਰ ਦੁਬਾਰਾ ਮੁੜ ਕੇ ਉਹ ਪ੍ਰਾਪਤ ਨਹੀਂ ਹੁੰਦਾ। ਜਿਵੇਂ ਬਿਰਛ ਦਾ ਪੱਤਰਾ ਇੱਕ ਵਾਰੀ ਟਾਹਣੀ ਨਾਲ ਟੁੱਟਿਆ ਮੁੜ ਕੇ ਨਹੀਂ ਜੁੜਦਾ। ਹਜ਼ੂਰ ਕਹਿੰਦੇ ਇਸੇ ਤਰ੍ਹਾਂ ਮਨੁੱਖ ਜਿਹੜਾ ਗੁਰੂ ਦੀ ਬਾਣੀ ਨਾਲੋਂ ਟੁੱਟ ਜਾਂਦਾ ਹੈ, ਸੰਗਤ ਨਾਲੋਂ ਟੁੱਟ ਜਾਂਦਾ ਹੈ, ਗੁਰਸਿੱਖੀ ਨਾਲੋਂ ਟੁੱਟ ਜਾਂਦਾ ਹੈ, ਅਤੇ ਮੁੜ ਕੇ ਉਹ ਵੀ ਜੁੜ ਨਹੀਂ ਸਕਦਾ। ਨਾਮ ਬਿਹੂਨ ਬਿਖਮਤਾ ਨਾਨਕ ਬਹੰਤ ਜੋਨ ਬਾਸਰੋ ਰੈਣੀ। ਗਰੀਬ ਨਿਵਾਜ ਸਤਿਗੁਰੂ ਜੀ ਦਾ ਦ੍ਰਿਸ਼ਟਾਂਤ ਵਿੱਚ ਫਰਮਾਉਂਦੇ ਹਨ, ਨਾਮ ਬਿਹੂਨ ਬਿਖਮਤਾ ਨਾਨਕ। ਗੁਰਮੁਖੋ, ਨਾਮ ਤੋਂ ਬਿਨਾਂ ਬਿਖਮਤਾ ਦਾ ਅਰਥ ਹੈ ਵੀ ਬਹੁਤ ਮੁਸੀਬਤ ਆਉਂਦੀ ਹੈ, ਬਹੁਤ ਔਖਿਆਈ ਆਉਂਦੀ ਹੈ। ਜਿਹੜਾ ਮਨੁੱਖ ਵਾਹਿਗੁਰੂ ਦਾ ਨਾਮ ਨਹੀਂ ਨਾ ਜਪਦਾ, ਅਤੇ ਫਿਰ ਉਹਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ, ਬੜੀਆਂ ਮੁਸ਼ਕਿਲਾਂ ਦਰਪੇਸ਼ ਆਉਂਦੀਆਂ ਨੇ। ਬਹੰਤ ਜੋਨ ਬਾਸਰੋ ਰਹਿਣੀ, ਬਾਸਰੋ ਦਾ ਅਰਥ ਹੈ ਦਿਨ, ਅਤੇ ਰਹਿਣੀ ਦਾ ਅਰਥ ਹੈ ਰਾਤ। ਫਿਰ ਉਹ ਦਿਨ ਰਾਤ ਬਹੰਤ ਜੋਨ 84 ਲੱਖ ਜੂਨਾਂ ਦੇ ਪ੍ਰਵਾਹ ਦੇ ਵਿੱਚ ਰੁੜਦਾ ਜਾਂਦਾ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। 84 ਲੱਖ ਜੂਨਾਂ ਤੋਂ ਬਾਅਦ ਸਾਨੂੰ ਮਨੁੱਖਾ ਦੀ ਪ੍ਰਾਪਤ ਹੋਈ ਹੈ। ਕਾਹਦੇ ਵਾਸਤੇ? ਨਾਮ ਜਪਣ ਵਾਸਤੇ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤਰੱਕੇ ਤਾਂ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜੇ ਅਸੀਂ ਨਾਮ ਨਹੀਂ ਜਪਦੇ ਮਨੁੱਖਾ ਦੇਹ ਨੂੰ ਪ੍ਰਾਪਤ ਕਰਕੇ, ਸਾਨੂੰ ਫਿਰ 84 ਦੇ ਚੱਕਰ ਦੇ ਵਿੱਚ ਵਹਿਣਾ ਪੈਂਦਾ ਹੈ। ਭਾਵਨੀ ਸਾਧ ਸੰਗੇਨ ਲਬੰਤੰ ਬੜ ਭਾਗਣ ਹੈ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਭਾਵਨੀ ਸਾਧ ਸੰਗੇਨ, ਵੀ ਜਿਹੜੀ ਭਗਤੀ ਦੀ ਭਾਵਨਾ ਹੈ, ਸਾਧ ਸੰਗੇਨ ਮਹਾਂਪੁਰਖਾਂ ਦੀ ਸੰਗਤ ਦੁਆਰਾ ਪ੍ਰਾਪਤ ਹੁੰਦੀ ਹੈ। ਲਬੰਤੰ ਬੜ ਭਾਗਣ, ਅਤੇ ਮਹਾਂਪੁਰਖਾਂ ਦੀ ਸੰਗਤ, ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਜੈਸੀ ਸੰਗਤ ਤੈਸੀ ਰੰਗਤ ਦੇ ਵਾਕ ਅਨੁਸਾਰ। ਮਹਾਂਪੁਰਖਾਂ ਦੀ ਸੰਗਤ ਕਰਕੇ ਭਗਤੀ ਦੀ ਭਾਵਨਾ ਸਾਡੇ ਅੰਦਰ ਪੈਦਾ ਹੁੰਦੀ ਹੈ। ਪਰ ਮਹਾਂਪੁਰਖਾਂ ਦੀ ਸੰਗਤ, ਪੂਰਨ ਮਹਾਂਪੁਰਖਾਂ ਦੀ ਸੰਗਤ ਵੱਡਿਆਂ ਭਾਗਾਂ ਦੇ ਨਾਲ ਹੀ ਲੱਭਦੀ ਹੈ। ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ। ਤਿਨ ਕੀ ਧੂਰ ਨਾਨਕ ਦਾਸ ਬਾਂਛੈ, ਜਿਨ ਹਰ ਨਾਮ ਹਿਰਦੈ ਪਰੋਈ। ਵੱਡ ਭਾਗੀ ਹਰ ਸੰਗਤ ਪਾਵਹਿ, ਭਾਗਹੀਨ ਭ੍ਰਮ ਚੋਟਾਂ ਖਾਵਹਿ। ਬਿਨ ਭਾਗਾਂ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਮਹਾਂਪੁਰਖਾਂ ਦੀ ਸੰਗਤ ਵਿੱਚੋਂ ਭਾਵਨੀ ਸ਼ਰਧਾ, ਰੱਬੀ ਸ਼ਰਧਾ, ਰੱਬੀ ਭਾਵਨਾ, ਭਾਵ ਭਗਤੀ ਪੈਦਾ ਹੁੰਦੀ ਹੈ। ਪਰ ਉਹ ਮਹਾਂਪੁਰਖਾਂ ਦੀ ਸੰਗਤ ਵੱਡਿਆਂ ਭਾਗਾਂ ਦੇ ਨਾਲ ਨਸੀਬ ਹੁੰਦੀ ਹੈ। ਹਰ ਨਾਮ ਗੁਣ ਰਮਣੰ ਨਾਨਕ ਸੰਸਾਰ ਸਾਗਰ ਨਹਿ ਵਿਆਪਣ ਹੈ। ਜਿਹੜਾ ਗੁਰਸਿੱਖ ਮਾਈ ਪਾਈ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਬੈਠ ਕੇ ਹਰ ਨਾਮ ਗੁਣ ਰਮਣੰ, ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ ਅਤੇ ਨਾਲ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰਦਾ। ਨਾਮ ਅਤੇ ਕੀਰਤਨ ਦੇ ਨਾਲ ਜੁੜਦਾ। ਨਾਮ ਜਾਤੀ ਸਾਧਨ ਹੈ, ਕੀਰਤਨ ਜਮਾਤੀ ਸਾਧਨ ਹੈ। ਜਿਹੜਾ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦੇ ਨਾਮ ਦੇ ਨਾਲ ਅਤੇ ਉਹਦੀ ਸਿਫਤ ਸਲਾਹ ਦੇ ਨਾਲ ਜੁੜਦਾ ਹੈ, ਨਾਨਕ ਸੰਸਾਰ ਸਾਗਰ ਨਹਿ ਵਿਆਪਣੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪੰਜਵੇਂ ਸਰੂਪ ਦੇ ਵਿੱਚ ਉਚਾਰਨ ਕਰਦੇ ਹਨ,
ਸੰਸਾਰ ਸਾਗਰ ਨਾ ਵਿਆਪਣਾ, ਫਿਰ ਇਹ ਸੰਸਾਰ ਸਮੁੰਦਰ ਉਸ ਨੂੰ ਵਿਆਪਣਾ ਪੋ ਨਹੀਂ ਸਕਦਾ। ਭਾਵ ਸੰਸਾਰ ਸਮੁੰਦਰ ਦੀਆਂ ਜਿਹੜੀਆਂ ਲਹਿਰਾਂ ਨੇ ਉਹ ਉਸ ਦੇ ਉੱਤੇ ਪ੍ਰਭਾਵ ਨਹੀਂ ਪਾ ਸਕਦੀਆਂ। ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅੱਗ, ਇਹ ਚਾਰ ਅੱਗ ਦੀਆਂ ਨਦੀਆਂ ਵਹਿ ਰਹੀਆਂ ਨੇ ਅਤੇ ਇਹਨਾਂ ਦਾ ਕੋਈ ਅਸਰ ਉਸ 'ਤੇ ਨਹੀਂ ਪੈਂਦਾ ਜਿਹੜਾ ਸਾਧ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦਾ ਨਾਮ ਜਪਦਾ ਅਤੇ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰਦਾ ਹੈ। ਗਾਥਾ ਗੂੜ ਅਪਾਰੰ ਸਮਝਨੰ ਬਿਰਲਾ ਜਨਹਿ। ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ ਇਹ ਜਿਹੜੀ ਗਾਥਾ ਬਾਣੀ ਹੈ ਗੂੜ ਅਪਾਰੰ, ਬਹੁਤ ਗੂੜ ਗੁੱਝੇ ਸਿਧਾਂਤ ਦੇ ਨਾਲ, ਰਹੱਸ ਦੇ ਨਾਲ ਭਰੀ ਹੋਈ ਹੈ। ਸਮਝਨੰ ਬਿਰਲਾ ਜਨ ਹੈ, ਕੋਈ ਵਿਰਲਾ ਪੁਰਸ਼ ਹੀ ਇਸ ਦੇ ਰਹੱਸ ਨੂੰ ਸਮਝ ਸਕਦਾ ਹੈ। ਕਿਸੇ ਕਵੀ ਨੇ ਲਿਖਿਆ, ਗੁਰੂ ਨਾਨਕ ਕੀ ਬਾਤ में बात बात में बात, ਜਿਉਂ ਕੇਲੇ ਕੇ ਪਾਤ में पात पात में पात। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ। ਵੀ ਵਾਹਿਗੁਰੂ ਦੀ ਬਾਣੀ ਸਮੁੰਦਰ ਵਾਂਗੂ ਗਹਿਰ ਗੰਭੀਰ ਹੈ। ਗਾਥਾ ਗੂੜਾ ਪਰੰ ਸਮਝਨੰ ਬਿਰਲਾ ਜਨ ਹੈ, ਕੋਈ ਵਿਰਲਾ ਪੁਰਸ਼ ਇਹਦੇ ਆਸ਼ੇ ਨੂੰ, ਸਿਧਾਂਤ ਨੂੰ, ਰਹੱਸ ਨੂੰ ਸਮਝਦਾ ਹੈ। ਸੰਸਾਰ ਕਾਮ ਤਜਣੰ ਨਾਨਕ ਗੋਬਿੰਦ ਰਮਣੰ ਸਾਧ ਸੰਗ ਮਹਿ। ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜਿਹੜਾ ਪੁਰਸ਼ ਸਾਧ ਸੰਗਤ ਦੇ ਵਿੱਚ ਬੈਠ ਕੇ ਗੋਬਿੰਦ ਰਮਣੰ, ਉਸ ਵਾਹਿਗੁਰੂ ਦੇ ਜਸ ਨੂੰ ਜਾਂ ਉਸ ਦੇ ਨਾਮ ਨੂੰ ਉਚਾਰਨ ਕਰਦਾ ਹੈ। ਸੰਸਾਰ ਕਾਮ ਤਜਣੰ, ਉਹ ਸੰਸਾਰ ਦੇ ਕਾਮ ਦਾ ਅਰਥ ਹੈ ਸੰਕਲਪ, ਕਾਮ ਦਾ ਅਰਥ ਹੈ ਵਾਸ਼ਨਾਵਾਂ। ਕਿਸੇ ਕਵੀ ਨੇ ਕਾਮ ਦੇ ਬਾਰੇ ਬੜਾ ਸੁੰਦਰ ਲਿਖਿਆ ਹੈ, ਕਾਮ ਕਾਮ ਸਭ ਕੋ ਕਹੈ, ਕਾਮ ਨਾ ਜਾਣੈ ਕੋਏ, ਜੇਤੀ ਮਨ ਕੀ ਕਾਮਨਾ ਕਾਮ ਕਹਾਵੈ ਸੋਏ। ਕਾਮ ਤੋਂ ਭਾਵ ਮਨ ਦੀਆਂ ਵਾਸ਼ਨਾਵਾਂ, ਜਿੰਨੀਆਂ ਖਾਹਿਸ਼ਾਂ ਨੇ। ਸੰਸਾਰ ਕਾਮ ਤਜਣੁ, ਸੰਸਾਰ ਦੀਆਂ ਸਾਰੀਆਂ ਵਾਸ਼ਨਾਵਾਂ ਨੂੰ ਤਿਆਗ ਦਿੰਦਾ ਹੈ ਜਿਹੜਾ ਸਾਧ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦਾ ਨਾਮ ਤੇ ਜਸ ਉਚਾਰਨ ਕਰਦਾ ਹੈ। ਸੁਮੰਤਰ ਸਾਧ ਬਚਨਾ ਕੋਟ ਦੋਖ ਬਿਨਾਸਨ ਹੈ। ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਸੁਮੰਤਰ ਸਾਧ ਬਚਨਾ, ਸਾਧ ਜਿਹੜੇ ਸਤਿਗੁਰੂ ਦੇ ਅਮੋਲਕ ਬਚਨ ਨੇ। ਆ ਜੋ ਗਾਥਾ ਬਾਣੀ ਹੈ, ਪਿੱਛੇ ਸੰਸਕ੍ਰਿਤ ਭਾਸ਼ਾ ਦੇ ਸ਼ਲੋਕ ਆਏ ਨੇ, ਇਹ ਸਾਧ ਬਚਨ ਨੇ। ਇਹ ਜਿਹੜੇ ਗੁਰੂ ਦੇ ਬਚਨ ਨੇ ਸੁਮੰਤਰ, ਇਹ ਸ੍ਰੇਸ਼ਟ ਮੰਤਰ ਨੇ। ਮੰਤਰ ਤੋਂ ਭਾਵ ਹੁੰਦਾ ਜਿਹੜਾ ਮਨ ਦੇ ਅੰਦਰ ਜਪਿਆ ਜਾਵੇ, ਜਿਹਨੂੰ ਮਨ ਦੁਆਰਾ ਬਾਰ-ਬਾਰ ਪੜ੍ਹਿਆ ਜਾਵੇ, ਉਹਨੂੰ ਮੰਤਰ ਕਹਿੰਦੇ ਨੇ। ਇਹ ਗੁਰੂ ਦੇ ਬਚਨਾਂ ਨੂੰ ਬਾਰ-ਬਾਰ ਚੇਤੇ ਕਰਨਾ ਚਾਹੀਦਾ ਕਿਉਂਕਿ ਸ੍ਰੇਸ਼ਟ ਮੰਤਰ ਨੇ। ਇਹਦਾ ਫਲ ਕੀ ਹੋਵੇਗਾ? ਕੋਟ ਦੋਖ ਵਿਨਾਸਨਾ, ਸਾਡੇ ਜਿਹੜੇ ਕਰੋੜਾਂ ਦੋਸ਼, ਐਬ ਨੇ, ਔਗਣ ਨੇ, ਪਾਪ ਨੇ, ਵਿਕਾਰ ਨੇ, ਇਹਨਾਂ ਨੂੰ ਵੀ ਇਹ ਨਾਸ ਕਰ ਦੇਵੇਗਾ। ਸੋ ਮੰਤਰ ਸਾਧ ਬਚਨਾ ਕੋਟ ਦੋਖ ਬਿਨਾਸਨ ਹੈ। ਜਿਹੜਾ ਗੁਰਮੁਖ ਪਿਆਰਾ ਮਹਾਂਪੁਰਖਾਂ ਦੇ ਬਚਨਾਂ ਨੂੰ ਸ੍ਰੇਸ਼ਟ ਮੰਤਰ ਸਮਝ ਕੇ ਆਪਣੇ ਮਨ ਵਿੱਚ ਵਸਾਉਂਦਾ ਹੈ ਅਤੇ ਫਿਰ ਨਾਲ ਹੀ ਹਰ ਚਰਨ ਕਮਲ ਧਿਆਨ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਕਮਲਾਂ ਦੇ ਨਾਲ ਧਿਆਨ ਜੋੜ ਲੈਂਦੇ। ਨਾਨਕ ਕੁਲ ਸਮੂਹ ਉਦਾਹਰਨ ਹੈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰਦੇ ਨੇ, ਅਥਵਾ ਪੰਜਵੇਂ ਸਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ, ਕਿਉਂਕਿ ਜੋਤ ਗੁਰੂ ਨਾਨਕ ਦੀ ਹੈ। ਜੋਤ ਉਹਾ ਜੁਗ ਸਾਇ ਸਹਿ ਕਾਇਆ ਫੇਰ ਪਲਟੀ ਹੈ। ਵੀ ਗੁਰੂ ਨਾਨਕ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਦੇ ਸਰੂਪ ਦੇ ਵਿੱਚ ਬੋਲਦੇ ਨੇ, ਕੁਲ ਸਮੂਹ ਉਦਾਹਰਨ। ਉਹ ਆਪਣੀਆਂ ਸਮੂਹ ਕੁਲਾਂ ਦਾ ਵੀ ਉਧਾਰ ਕਰ ਲੈਂਦਾ ਹੈ। ਇੱਕ ਬਿੰਦੀ ਕੁਲ ਹੁੰਦੀ ਹੈ, ਦੂਸਰੀ ਨਾਦੀ ਕੁਲ ਹੁੰਦੀ ਹੈ। ਬਿੰਦੀ ਕੁਲ ਦੀਆਂ ਤੇ 21 ਕੁਲਾਂ ਉਸਦੀਆਂ ਤਰ ਜਾਂਦੀਆਂ ਨੇ ਅਤੇ ਬਾਕੀ ਨਾਦੀ ਕੁਲ ਦੀਆਂ ਜਿੰਨੀਆਂ ਕੁਲਾਂ ਨੇ, ਸੇਵਕ ਸਿੱਖ ਸਭਾ ਕਰਤਾਰਾ, ਉਹਨਾਂ ਦਾ ਵੀ ਉਧਾਰ ਹੋ ਜਾਂਦਾ ਹੈ। ਸੁੰਦਰ ਮੰਦਰ ਸੈਣ ਹੈ ਜੇਨ ਮਦ ਹਰ ਕੀਰਤਨ ਹੈ। ਲੋ ਗਰੀਬਨ ਵਾਜ ਸਤਿਗੁਰੂ ਜੀ ਕਹਿੰਦੇ ਨੇ, ਜਿਹੜੇ ਅਸੀਂ ਸੋਹਣੇ ਮੰਦਰ ਮਹਿਲ ਮਾੜੀਆਂ ਉਸਾਰਦੇ ਹਾਂ ਅਤੇ ਉਹਨਾਂ ਵਿੱਚ ਰਹਿਣਾ ਤਾਂ ਹੀ ਸਫਲ ਹੈ ਅਤੇ ਜੇ ਆਪਾਂ ਉਹਨਾਂ ਦੇ ਵਿੱਚ ਬੈਠ ਕੇ ਵਾਹਿਗੁਰੂ ਦਾ ਜਸ ਉਚਾਰਨ ਕਰਦੇ ਹਾਂ। ਹਜ਼ੂਰ ਫਰਮਾਉਂਦੇ ਨੇ, ਜਿੱਥੈ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਲ ਸੋਇਨ ਚੌਬਾਰੇ, ਜਿੱਥੈ ਨਾਮ ਨਾ ਜਪੀਐ ਮੇਰੇ ਗੋਵਿੰਦਾ,
ਸਈ ਨਗਰ ਉਜਾੜੀ ਜੀਓ। ਜਿੱਥੇ ਨਾਮ ਜਪੀਐ ਪ੍ਰਭ ਪਿਆਰੇ, ਇੱਥੇ ਕਹਿੰਦੇ ਜੀਨ ਮੱਧ ਹਰ ਕੀਰਤਨ। ਜਿਨ੍ਹਾਂ ਸੋਹਣੇ ਘਰਾਂ ਦੇ ਵਿੱਚ ਵਾਹਿਗੁਰੂ ਦਾ ਜਸ ਉਚਾਰਨ ਕੀਤਾ ਜਾਂਦਾ ਹੈ, ਸੁੰਦਰ ਮੰਦਰ ਸੈਣੇ, ਉਹਨਾਂ ਘਰਾਂ ਦੇ ਵਿੱਚ ਸੈਣਿਆਂ ਦਾ ਅਰਥ ਹੁੰਦਾ ਸੌਣਾ, ਰਹਿਣਾ, ਵਸਣਾ, ਬਹੁਤ ਆਨੰਦਮਈ ਹੁੰਦਾ ਹੈ। ਮੁਕਤੇ ਰਮਣ ਗੋਬਿੰਦ ਹੈ, ਨਾਨਕ ਲਬਦਿਆਂ ਬੜ ਭਾਗਣ ਹੈ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਮੁਕਤੇ ਰਮਣ ਗੋਬਿੰਦ ਹੈ। ਜਿਹੜੇ ਗੁਰਮੁਖ ਪਿਆਰੇ ਉਹਨਾਂ ਸੋਹਣੇ ਘਰਾਂ ਦੇ ਵਿੱਚ ਰਹਿ ਕੇ ਉਸ ਗੋਬਿੰਦ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਰਮਣ ਦਾ ਅਰਥ ਹੈ ਉਚਾਰਨ ਕਰਦੇ ਨੇ, ਅਤੇ ਜਾਂ ਵਾਹਿਗੁਰੂ ਦਾ ਜਸ ਕਰਦੇ ਨੇ, ਅਥਵਾ ਬਾਣੀ ਪੜ੍ਹਦੇ ਨੇ ਅਤੇ ਵਾਹਿਗੁਰੂ ਦਾ ਨਾਮ ਜਪਦੇ ਨੇ, ਮੁਕਤੇ ਉਹ ਮੋਹ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦੇ ਨੇ। ਨਾਨਕ ਲਬਦਿਆਂ ਬੜ ਭਾਗਣ ਹੈ। ਹਜ਼ੂਰ ਕਹਿੰਦੇ ਨੇ ਜਿਹੜੇ ਐਸੇ ਮਹਾਂਪੁਰਖ ਨੇ ਉਹ ਵੱਡਿਆਂ ਭਾਗਾਂ ਦੇ ਨਾਲ ਹੀ ਸਾਨੂੰ ਪ੍ਰਾਪਤ ਹੁੰਦੇ ਨੇ, ਜਿਨ੍ਹਾਂ ਦੀ ਸੰਗਤ ਕਰਕੇ ਸਾਡੇ ਜੀਵਨ ਦਾ ਸੁਧਾਰ ਹੁੰਦਾ ਹੈ ਅਤੇ ਸਾਡੇ ਜੀਵ ਦਾ ਉਧਾਰ ਹੋ ਸਕਦਾ। ਐਸੇ ਮਹਾਂਪੁਰਖ ਵੱਡਿਆਂ ਭਾਗਾਂ ਦੇ ਨਾਲ ਸਾਨੂੰ ਪ੍ਰਾਪਤ ਹੁੰਦੇ ਨੇ। ਇਹ ਹੈ ਪਾਵਨ ਬਾਣੀ ਗਾਥਾ ਦੀ ਵਿਚਾਰ। ਇੱਥੇ 12 ਸ਼ਲੋਕਾਂ ਦੀ ਕਥਾ ਸੰਪੂਰਨ ਹੋਈ ਹੈ। 24 ਸ਼ਲੋਕ ਨੇ, ਬਾਕੀ ਰਹਿੰਦੇ ਸ਼ਲੋਕਾਂ ਦੀ ਵਿਚਾਰ ਆਪਾਂ ਫਿਰ ਕਰਾਂਗੇ। ਹੁਣ ਇੱਥੇ ਹੀ ਸਮਾਪਤੀ ਹੈ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਸੁੰਦਰ ਮੰਦਰ ਸੈਣ ਹੈ, ਜੀਣ ਮੱਧ ਹਰ ਕੀਰਤਨ ਹੈ। ਮੁਕਤੇ ਰਮਣ ਗੋਬਿੰਦ ਹੈ, ਨਾਨਕ ਲਬਦਿਆਂ ਬੜ ਭਾਗਣ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।